ਨਾ ਤੁਹਾਡਾ ਜਿਹੜਾ ਇਰਾਦਾ ਉਹ ਪੱਕਾ ਹੈ ਕਿ ਚੋਣ ਲੜਨੀ ਹੈ। ਜੇ ਪਾਰਟੀ ਟਿਕਟ ਦੇ ਦੂਗੀ ਤਾਂ ਠੀਕ ਹੈ, ਰੀਥਿੰਕ ਕਰ ਲੂ ਤਾਂ ਠੀਕ ਹੈ, ਨਹੀਂ ਮੈਂ ਆਜ਼ਾਦ ਦੇ ਤੌਰ ਤੇ ਲੜੂ। ਦਮਨ ਬਾਜਵਾ ਜਿੰਦਾਬਾਦ। ਸ਼ੈਸ਼ਵ ਦੀ देयर इज नो अदर ऑप्शन। यू टेल मी मैं ਕੰਮ ਕੀਤੇ, ਮੈਂ ਕੋਈ ਟਿਕਟ ਘਰੇ ਬੈਠੀ ਨਹੀਂ ਮੰਗਣ ਲੱਗ ਗਈ ਸੀ। ਪਿਛਲੀ ਵਾਰ ਵੀ ਬਹੁਤ ਲੋਕ ਕਮੈਂਟ ਕਰਦੇ ਆ ਕਿ ਪਿਛਲੀ ਵਾਰ ਤੁਹਾਨੂੰ ਮਿਲੀ ਸੀਗੀ, ਤੁਹਾਨੂੰ ਵੀ ਉਦੋਂ ਕਿਸੇ ਦੀ ਕੱਟ ਕੇ ਹੀ ਮਿਲੀ ਹੋਊਗੀ। ਬਿਲਕੁਲ ਕਿਸੇ ਦੀ ਕੱਟ ਕੇ ਮਿਲੀ ਸੀਗੀ। ਕਾਂਗਰਸੀ ਨਾਰਾਜ਼ ਹੋਏ ਸੀ, ਰਜਿੰਦਰ ਦੀਪਾ ਜੀ ਆਜ਼ਾਦ ਖੜ ਗਏ ਸੀਗੇ ਕਿ ਮੈਨੂੰ ਟਿਕਟ ਨਹੀਂ ਮਿਲੀ, ਹੋਰ ਸੀਨੀਅਰ ਲੀਡਰਸ਼ਿਪ ਵੀ ਸੀ। ਪਰ ਰਜਿੰਦਰ ਦੀਪਾ ਜੀ ਹਮੇਸ਼ਾ ਹੀ ਪਾਰਟੀ ਦੇ ਆਫੀਸ਼ੀਅਲ ਕੈਂਡੀਡੇਟ ਦੇ ਖਿਲਾਫ ਆਜ਼ਾਦ ਖੜਦੇ ਆਏ ਨੇ, ਭਾਵੇਂ ਉਹਨਾਂ ਦਾ ਆਪਣਾ ਸਾਲਾ ਹੀ ਸੀਗਾ। ਔਰ ਜੇ ਪਾਰਟੀ ਦਾ ਸੱਤਿਆਨਾਸ਼ ਇਸ ਸੀਟ ਤੇ ਵੱਜਿਆ ਹੈ, ਜੇ ਕਾਂਗਰਸ ਦਾ ਵੱਜਿਆ ਤਾਂ ਉਹ ਇਸ ਇੱਕ ਪਰਿਵਾਰ ਦੀ ਆ ਇਹਨਾਂ ਗਲਤ ਫੈਸਲੇ ਔਰ ਪਰਿਵਾਰ ਦੇ ਜਿਹੜਾ ਲੜਾਈ ਝਗੜਾ ਸੀ ਉਸ ਕਰਕੇ ਹੋਇਆ। ਤਾਂ ਦੋਨੇ ਉਹ ਤੁਹਾਡੀ ਪਾਰਟੀ ਦਾ ਹਿੱਸਾ ਨਹੀਂ, ਤੁਹਾਡੇ ਪਰਿਵਾਰ ਦਾ ਹਿੱਸਾ ਨਹੀਂ ਹੈ। ਇੱਥੇ 5 ਸਾਲ ਲਗਾਤਾਰ ਕੰਮ ਕੀਤੇ, ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕੀਤੀ, ਤੇ ਅੱਜ ਜਦੋਂ ਇੱਕ ਹਾਲਾਤ ਜਿੱਤਣ ਦੇ ਬਣ ਗਏ ਤਾਂ ਮੇਰੀ ਟਿਕਟ ਕਿਸੇ ਹੋਰ ਨੂੰ ਦੇਤੀ। ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਕਿਤੇ ਆਪਣੇ ਲਈ ਕੋਈ ਖਤਰਾ ਤਾਂ ਨਹੀਂ ਖੜਾ ਕਰੋਗੇ? ਸਿਆਸੀ ਮਾਰੇ ਮੰਨਦੇ ਨੇ ਕਿ ਇਹ ਕਦਮ ਜਿਹੜਾ ਦਮਨ ਸਿੰਘ ਬਾਜਵਾ ਨੂੰ ਨਹੀਂ ਚੁੱਕਣਾ ਚਾਹੀਦਾ। ਅੱਜ ਜੇ ਦਾਮਨ ਬਾਜਵਾ ਨਹੀਂ ਬੋਲੂਗੀ, ਜੇ ਅੱਜ ਦਾਮਨ ਬਾਜਵਾ ਇਸ ਗੱਲ ਤੇ ਨਹੀਂ ਅੜੂਗੀ, ਮੇਰਾ ਕੀ ਕਸੂਰ ਸੀ? ਇਹੀ ਕਿ ਮੈਂ ਕਿਸੇ ਦੀ ਭਤੀਜੀ ਨਹੀਂ ਜਾਂ ਕਿਸੇ ਦੀ ਭੈਣ ਨਹੀਂ। ਜੇ ਮੇਰਾ ਨਹੀਂ ਸੀ ਹੱਕ ਬਣਦਾ, ਜੇ ਮੈਂ ਨਹੀਂ ਸੀ ਕੰਮ ਕੀਤਾ, ਜੇ ਮੈਂ ਸਰਵੇਜ਼ ਜਾਂ ਰਿਪੋਰਟਾਂ 'ਚ ਨਹੀਂ ਸੀ ਆ ਰਹੀ, ਨਾ ਦਿੰਦੇ ਟਿਕਟ। ਮੈਂ ਨਹੀਂ ਸੀ ਇੰਨਾ ਮੈਂ ਰੌਲਾ ਪਾਉਣ ਜੋਗੀ ਹੋਣਾ ਹੀ ਨਹੀਂ ਸੀ। ਲੱਗਦਾ ਕਿ ਕਿਉਂ ਪਾਰਟੀ ਨੂੰ ਕਿਸੇ ਹੋਰ ਕੈਂਡੀਡੇਟ ਨੂੰ ਟਿਕਟ ਦੇਣੀ ਪਈ? ਪਰਿਵਾਰਵਾਦ ਜੀ, ਸਿੱਧਾ ਜਿਹਾ ਇੱਥੇ ਦਾ ਕੋਈ ਹੋਰ ਰੂਲ ਹੀ ਨਹੀਂ। ਇੱਕ ਆਪਣੇ ਭਤੀਜੇ ਨੂੰ ਐਡਜਸਟ ਕਰਨ ਲਈ ਉਹਨੂੰ ਅਮਰਗੜ੍ਹ ਭੇਜਿਆ ਗਿਆ। ਮੈਂ ਅੱਜ ਤੁਹਾਨੂੰ ਪੁੱਛਦੀ ਹਾਂ ਉਹਦੀ ਕੀ ਕੁਆਲੀਫਿਕੇਸ਼ਨ ਹੈ? ਸਿੰਘ ਸਿੱਧੂ ਜੀ ਤੇ ਇਲਜ਼ਾਮ ਲਾ ਰਹੇ ਜੀ ਨਵਜੋਤ ਸਿੰਘ ਸਿੱਧੂ ਜੀ ਦਾ ਹੀ ਭਤੀਜਾ ਹੈ। ਆਮ ਆਦਮੀ ਪਾਰਟੀ ਦੇ ਸੀਐਮ ਦੇ ਚਿਹਰੇ ਭਗਵੰਤ ਮਾਨ ਇੱਥੋਂ ਤੱਕ ਗੱਲ ਕਹਿ ਦਿੰਦੇ ਨੇ ਕਿ ਉੱਦਾਂ ਤਾਂ ਕਾਂਗਰਸ ਪਾਰਟੀ ਇਹ ਗੱਲ ਕਰਦੀ ਹੈ ਕਿ ਲੜਕੀ ਹੂੰ ਲੜ ਸਕਤੀ ਹੂੰ, ਪਰ ਸਨਾਮ ਦੇ ਵਿੱਚ ਇੱਕ ਕੁੜੀ ਦਾ ਹੱਕ ਮਾਰ ਲਿਆ। ਉਹ ਹਰ ਵਾਰ ਲਾ ਰਿਹਾ ਮੇਰੀ ਟਿਕਟ ਬਦਲਣ ਲਈ, ਔਰ ਇਸ ਲਈ ਨਹੀਂ ਕਿ ਉਹਨਾਂ ਦੀ ਮੇਰੇ ਨਾਲ ਕੋਈ ਪ੍ਰੋਬਲਮ ਸੀ, ਇਸ ਲਈ ਕਿਉਂਕਿ ਉਹ ਆਪਣੇ ਭਤੀਜੇ ਨੂੰ ਅਮਰਗੜ੍ਹ ਫਿੱਟ ਕਰਨਾ ਚਾਹੁੰਦੇ ਸੀ। ਉਹ ਤੁਹਾਡੇ ਤੇ ਇੱਕ ਇਲਜ਼ਾਮ ਲਾ ਰਹੇ ਨੇ, ਕਹਿੰਦੇ ਨੇ ਤੁਹਾਡੇ ਨਾਲ ਸਟੇਜ ਨਹੀਂ ਅਸੀਂ ਸਾਂਝੀ ਕਰਾਂਗੇ ਕਿ ਇਹ ਜਿਹੜੇ ਸਨਾਮ ਹਲਕਾ ਇੰਚਾਰਜ ਦਮਨ ਸਿੰਘ ਬਾਜਵਾ ਨੇ ਜਾਂ ਉਹਨਾਂ ਦਾ ਪਰਿਵਾਰ ਹੈ ਉਹ ਦਾਗੀ ਹੈ, ਉਹ ਦਾਗੀ ਹੈ। ਚਲੋ ਮੰਨ ਲਿਆ ਮੈਂ ਤਾਂ ਦਾਗੀ ਆ, ਮੇਰਾ ਤਾਂ ਤੁਹਾਡੇ ਨਾਲ ਕੋਈ ਕੰਪੀਟੀਸ਼ਨ ਹੀ ਨਹੀਂ। ਮੇਰਾ ਤਾਂ ਤੁਸੀਂ ਨਾ ਕਰੋ ਮੇਰੇ ਨਾਲ ਸਟੇਜ ਸਾਂਝੀ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਦੰਗਲ 2022 ਪੂਰਾ ਭਖਿਆ ਹੋਇਆ ਹੈ, ਜਿੱਥੇ ਹੀ ਇੱਕ ਦੂਜੇ ਦੇ ਖਿਲਾਫ ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਪਰ ਉੱਥੇ ਹੀ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਜਿਹੜਾ ਘਮਸਾਨ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਕਤ ਮੇਰੇ ਨਾਲ ਸਨਾਮ ਹਲਕੇ ਤੋਂ ਜਿਨ੍ਹਾਂ ਨੂੰ ਪਿਛਲੀ ਵਾਰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਸੀ ਪਰ ਇਸ ਵਾਰ ਟਿਕਟ ਤੋਂ ਵਾਂਝੇ ਰਹਿ ਗਏ ਨੇ, ਦਮਨ ਬਾਜਵਾ ਜੀ ਮੇਰੇ ਨਾਲ ਮੌਜੂਦ ਨੇ। ਹਾਲਾਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ 6 ਸੀਟਾਂ ਤੇ ਕਾਂਗਰਸ ਹਾਈ ਕਮਾਂਡ ਰਿਵਿਊ ਕਰ ਰਹੀ ਹੈ, ਤਾਂ ਇਹ ਵੀ ਇਸੇ ਆਸ ਦੇ ਵਿੱਚ ਨੇ ਕਿ ਟਿਕਟ ਦੁਬਾਰਾ ਇਹਨਾਂ ਨੂੰ ਮਿਲ ਸਕਦੀ ਹੈ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ ਸ਼ੈਸ਼ਵ ਜੀ, ਤੁਹਾਨੂੰ ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨਾ ਕੁ ਇਹ ਲੱਗਦਾ ਹੈ, ਉਮੀਦ ਹੈ ਕਿ ਟਿਕਟ ਜਿਹੜੀ ਰਿਵਿਊ ਹੋ ਰਿਹਾ ਉਹ ਤੁਹਾਨੂੰ ਮਿਲ ਸਕਦੀ ਹੈ? ਟੂ ਬੀ ਰੀਲੀ ਓਨੈਸਟ, ਟਿਕਟ ਰਿਵਿਊ ਹੋ ਰਹੀ ਹੈ। ਮੇਰੀ ਵੀ ਇਹ ਆਸ ਹੈ ਕਿ ਪਾਰਟੀ ਆਪਣੇ ਡਿਸੀਜਨ ਨੂੰ ਰੀਥਿੰਕ ਕਰੇ। ਗਲਤੀ ਹੋ ਜਾਂਦੀ ਹੈ, ਕਈ ਵਾਰੀ ਕੋਈ ਮਜਬੂਰੀ ਹੋ ਜਾਂਦੀ ਹੈ, ਬਟ ਇਟਸ ਬੀਨ 5-6 ਡੇਜ਼ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ। ਅੱਜ ਤੱਕ ਕੈਂਪੇਨ ਪਿਕਅਪ ਹੀ ਨਹੀਂ ਕਰ ਪਾਇਆ ਆਫੀਸ਼ੀਅਲ ਕੈਂਡੀਡੇਟ ਦਾ। ਇੱਕ ਵੀ ਆਫੀਸ਼ੀਅਲ ਕਾਂਗਰਸੀ ਸਰਪੰਚ ਜਾਂ ਐਮਸੀ ਜਾਂ ਕੋਈ ਵੀ ਪ੍ਰਧਾਨ ਸਿਵਾਏ ਚਾਹ ਪੀ ਕੇ ਫੋਟੋ ਖਿਚਾਉਣ ਤੋਂ ਦਿਲੋਂ ਉਹਨਾਂ ਨਾਲ ਕੋਈ ਨਾ ਤੁਰਿਆ, ਨਾ ਕੋਈ ਉਹਨਾਂ ਦੀਆਂ ਮੀਟਿੰਗਸ ਹੋ ਰਹੀਆਂ। ਸੋ ਆਫਟਰ ਆਲ ਨੁਕਸਾਨ ਤਾਂ ਪਾਰਟੀ ਦਾ ਹੈ ਨਾ। ਮੇਰੀ ਲੜਾਈ ਕਿਸੇ ਕੈਂਡੀਡੇਟ ਜਾਂ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ, ਮੇਰੀ ਲੜਾਈ ਇਸ ਗੱਲ ਦੀ ਹੈ ਕਿ ਜਿੱਥੇ ਆਪਾਂ ਇੱਕ ਪਾਰਟੀ ਨੂੰ ਸਟਰੈਂਥਨ ਕਰਨ ਦਾ ਕੰਮ ਕਰਨਾ, ਉੱਥੇ ਹੀ ਇੱਕ ਫੈਸਲੇ ਕਰਕੇ ਆਪਾਂ ਪਾਰਟੀ ਦਾ ਐਡਾ ਵੱਡਾ ਨੁਕਸਾਨ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਏਗਾ। ਸੋ ਗੱਲ ਇਹ ਹੈ ਕਿ ਰੀਥਿੰਕ ਕਰ ਲੈਣਗੇ ਤਾਂ ਬਹੁਤ ਚੰਗਾ ਰਹੂਗਾ। ਤੁਸੀਂ ਆਪਣਾ ਤੁਹਾਡਾ ਜਿਹੜਾ ਇਰਾਦਾ ਉਹ ਪੱਕਾ ਹੈ ਕਿ ਚੋਣ ਲੜਨੀ ਹੈ, ਜੇ ਪਾਰਟੀ ਟਿਕਟ ਦੇ ਦੂਗੀ ਤਾਂ ਠੀਕ ਹੈ, ਰੀਥਿੰਕ ਕਰ ਲੂ ਤਾਂ ਠੀਕ ਹੈ, ਨਹੀਂ ਮੈਂ ਆਜ਼ਾਦ ਦੇ ਤੌਰ ਤੇ ਲੜੂੰਗੀ।
ਸ਼ੈਸ਼ਵ ਦੀ देयर इज नो अदर ऑप्शन यू टेल मी ਮੈਂ ਕੰਮ ਕੀਤੇ ਹੈ ਮੈਂ ਕੋਈ ਟਿਕਟ ਘਰੇ ਬੈਠੀ ਨਹੀਂ ਮੰਗਣ ਲੱਗੀ ਸੀਗੀ ਪਿਛਲੀ ਵਾਰ ਵੀ ਬਹੁਤ ਲੋਕ ਕਮੈਂਟ ਕਰਦੇ ਆ ਕਿ ਪਿਛਲੀ ਵਾਰ ਤੁਹਾਨੂੰ ਮਿਲੀ ਸੀਗੀ ਤੁਹਾਨੂੰ ਵੀ ਉਦੋਂ ਕਿਸੇ ਦੀ ਕੱਟ ਕੇ ਹੀ ਮਿਲੀ ਹੋਊਗੀ ਬਿਲਕੁਲ ਕਿਸੇ ਦੀ ਕੱਟ ਕੇ ਮਿਲੀ ਸੀਗੀ ਪਰ ਉਦੋਂ ਮਿਲੀ ਸੀ ਜਦੋਂ ਇੱਥੇ ਕੋਈ ਵੀ ਹੋਰ ਮੇਰੇ ਤੋਂ ਵੱਧ ਡਿਜ਼ਰਵਿੰਗ ਪਾਰਟੀ ਨੂੰ ਨਹੀਂ ਨਜ਼ਰ ਆਇਆ ਸੀ ਸਰਵੇਜ਼ ਉਦੋਂ ਵੀ ਹੋਏ ਸੀਗੇ ਸਾਰੀਆਂ ਰਿਪੋਰਟਾਂ ਗਈਆਂ ਸੀਗੀਆਂ ਉਦੋਂ ਵੀ ਬੜੇ ਕਾਂਗਰਸੀ ਨਾਰਾਜ਼ ਹੋਏ ਸੀ ਰਜਿੰਦਰ ਦੀਪਾ ਜੀ ਆਜ਼ਾਦ ਖੜ ਗਏ ਸੀਗੇ ਕਿ ਮੈਨੂੰ ਟਿਕਟ ਨਹੀਂ ਮਿਲੀ ਹੋਰ ਸੀਨੀਅਰ ਲੀਡਰਸ਼ਿਪ ਵੀ ਸੀ ਪਰ ਰਜਿੰਦਰ ਦੀਪਾ ਜੀ ਹਮੇਸ਼ਾ ਹੀ ਪਾਰਟੀ ਦੇ ਅਫੀਸ਼ੀਅਲ ਕੈਂਡੀਡੇਟ ਦੇ ਖਿਲਾਫ ਆਜ਼ਾਦ ਖੜਦੇ ਆਏ ਨੇ ਭਾਵੇਂ ਉਹਨਾਂ ਦਾ ਆਪਣਾ ਸਾਲਾ ਹੀ ਸੀਗਾ ਔਰ ਜੇ ਪਾਰਟੀ ਦਾ ਸੱਤਿਆਨਾਸ਼ ਇਸ ਸੀਟ ਤੇ ਵੱਜਿਆ ਹੈ ਜੇ ਕਾਂਗਰਸ ਦਾ ਵੱਜਿਆ ਹੈ ਤਾਂ ਉਹ ਇਸ ਇੱਕ ਪਰਿਵਾਰ ਦੀਆਂ ਇਹਨਾਂ ਗਲਤ ਫੈਸਲੇ ਔਰ ਪਰਿਵਾਰ ਦੇ ਜਿਹੜਾ ਲੜਾਈ ਝਗੜਾ ਸੀ ਉਸ ਕਰਕੇ ਹੋਇਆ ਤਾਂ ਦੋਨੇ ਹੀ ਉਹ ਤੁਹਾਡੀ ਪਾਰਟੀ ਦਾ ਹਿੱਸਾ ਨਹੀਂ ਤੁਹਾਡੇ ਪਰਿਵਾਰ ਦਾ ਹਿੱਸਾ ਨਹੀਂ ਹੈ ਨਹੀਂ ਹੁਣ ਤਾਂ ਉਹ ਦੋਨੋਂ ਹੀ ਚਲੇ ਗਏ ਪਾਰਟੀ ਛੱਡ ਕੇ ਤੇ ਤਾਂ ਹੀ ਪਾਰਟੀ ਅੱਜ ਇਕਜੁੱਟ ਹੋਈ ਸੀ ਇੰਨੇ ਸਾਲਾਂ ਬਾਅਦ ਜੇ ਕਾਂਗਰਸ ਇੱਕ ਝੰਡੇ ਥੱਲੇ ਇੱਕ ਪਲੇਟਫਾਰਮ ਤੇ ਇਕੱਠੀ ਹੋਈ ਸੀਗੀ that was the reason ਕਿਉਂਕਿ there was no other ਇੱਥੇ ਪਾਵਰ ਸੈਂਟਰ ਇੱਥੇ ਕੋਈ ਕਲੇਸ਼ ਨਹੀਂ ਸੀਗਾ ਲੋਕੀ ਇੱਕੋ ਬੰਦੇ ਨਾਲ ਕਾਂਗਰਸ ਨੂੰ ਆਇਡੈਂਟੀਫਾਈ ਕਰਦੇ ਸੀਗੇ ਔਰ ਲੋਕਾਂ ਦੇ ਕੰਮ ਹੋ ਰਹੇ ਸੀ ਲੋਕਾਂ ਨੂੰ ਜਿਹੜੀਆਂ ਉਹਨਾਂ ਦੇ ਦੁੱਖ ਤਕਲੀਫਾਂ ਸੁਣੀਆਂ ਜਾ ਰਹੀਆਂ ਸੀਗੀਆਂ ਉਹਨਾਂ ਦੇ ਮਗਰ ਮੈਂ ਤੇ ਮੇਰਾ ਪਰਿਵਾਰ ਇੱਕ ਸਪੋਰਟ ਬਣ ਕੇ ਖੜੇ ਸੀਗੇ ਔਰ ਲੋਕਾਂ ਦੇ ਸਾਥ ਦੇ ਨਾਲ ਅਸੀਂ ਇੱਥੇ ਕਾਂਗਰਸ ਪਾਰਟੀ ਦੁਬਾਰਾ ਖੜੀ ਕਰ ਲਈ ਸੀ ਜਿਹੜੀ ਬਿਲਕੁਲ ਡਿਫੰਕਟ ਹੋ ਚੁੱਕੀ ਸੀਗੀ ਢੀਂਡਸਿਆਂ ਦੇ ਐਡੇ ਲੰਮੇ ਉਹਦੇ ਵਿੱਚ ਸਪੈਨ ਵਿੱਚ ਕਾਂਗਰਸ ਪਾਰਟੀ ਦਾ ਤਾਂ ਇੱਥੇ ਬਿਲਕੁਲ ਹੀ ਆਧਾਰ ਨਿਬੜ ਗਿਆ ਸੀਗਾ ਪਰ ਉਸ ਦੇ ਬਾਵਜੂਦ ਮੈਨੂੰ ਪਿਛਲੀ ਵਾਰ ਟਿਕਟ ਕਿਉਂ ਮਿਲੀ ਉਸ ਦੇ ਪਿੱਛੇ ਕਾਰਨ ਸੀਗੇ ਮੈਂ ਕੰਮ ਕੀਤਾ ਸੀਗਾ ਮੈਨੂੰ ਇੱਥੇ 6-7 ਮਹੀਨੇ ਸਾਲ ਪਹਿਲਾਂ ਭੇਜਿਆ ਗਿਆ ਸੀ ਸੁਨਾਮ ਕਿ ਤੁਸੀਂ ਉੱਥੇ ਜਾ ਕੇ ਕੰਮ ਕਰੋ ਤੁਹਾਨੂੰ ਲੜਾਵਾਂਗੇ ਬਟ ਉਸ ਤੋਂ ਬਾਅਦ ਵੀ ਹਾਰਨ ਦੇ ਬਾਵਜੂਦ ਮੈਂ ਆਪਣੀ ਸੀਟ ਛੱਡੀ ਨਹੀਂ ਇੱਥੇ 5 ਸਾਲ ਲਗਾਤਾਰ ਕੰਮ ਕੀਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕੀਤੀ ਤੇ ਅੱਜ ਜਦੋਂ ਇੱਕ ਹਾਲਾਤ ਜਿੱਤਣ ਦੇ ਬਣ ਗਏ ਤਾਂ ਮੇਰੀ ਟਿਕਟ ਕਿਸੇ ਹੋਰ ਨੂੰ ਦੇਤੀ ਇਹ ਚੀਜ਼ ਨਾਕਾਬਲੇ ਬਰਦਾਸ਼ਤ ਹੈ ਸਿਆਸੀ ਮਾਰੇ ਵੀ ਕਹਿੰਦੇ ਨੇ ਕਿ ਤੁਸੀਂ ਲੰਮਾ ਅਰਸਾ ਕਾਲਜਿਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਐਨਐਸਯੂਆਈ ਦੇ ਤੌਰ ਤੇ ਪਾਰਟੀ ਨੂੰ ਮਜ਼ਬੂਤ ਕੀਤਾ ਹਲੇ ਤੁਹਾਡਾ ਲੰਮਾ ਕਰੀਅਰ ਹੈ ਹਲੇ ਯੂਥ ਲੀਡਰ ਹੋ ਤੁਸੀਂ ਤਾਂ ਕੀ ਅਜਿਹਾ ਕੋਈ ਕਦਮ ਲੈ ਕੇ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਕਿਤੇ ਆਪਣੇ ਲਈ ਕੋਈ ਖਤਰਾ ਤਾਂ ਨਹੀਂ ਖੜਾ ਕਰੋਗੇ ਸਿਆਸੀ ਮਾਰੇ ਮੰਨਦੇ ਨੇ ਕਿ ਇਹ ਕਦਮ ਜਿਹੜਾ ਦਮਨ ਸਿੰਘ ਬਾਜਵਾ ਨੂੰ ਨਹੀਂ ਚੁੱਕਣਾ ਚਾਹੀਦਾ ਨਹੀਂ ਮੈਂ ਦੇਖੋ ਕੋਈ ਵੀ ਕਦਮ ਹਲੇ ਨਾ ਮੈਂ ਚੁੱਕਿਆ ਤੇ ਨਾ ਹੀ ਮੈਂ ਕੋਈ ਵੀ ਕਦਮ ਸਾਰੇ ਮੇਰੇ ਜਿਹੜਾ ਇੱਥੇ ਪਰਿਵਾਰ ਹੈ ਸਨਾਮ ਦਾ ਉਸ ਨੂੰ ਪੁੱਛੇ ਬਗੈਰ ਚੁੱਕੂੰਗੀ ਬਟ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਜੇ ਦਾਮਨ ਬਾਜਵਾ ਨਹੀਂ ਬੋਲੂਗੀ ਜੇ ਅੱਜ ਦਾਮਨ ਬਾਜਵਾ ਇਸ ਗੱਲ ਤੇ ਨਹੀਂ ਅੜੂਗੀ ਮੇਰਾ ਕੀ ਕਸੂਰ ਸੀ ਇਹੀ ਕਿ ਮੈਂ ਕਿਸੇ ਦੀ ਭਤੀਜੀ ਨਹੀਂ ਜਾਂ ਕਿਸੇ ਦੀ ਭੈਣ ਨਹੀਂ ਪਰਿਵਾਰਵਾਦ ਦਾ ਸ਼ਿਕਾਰ ਦਾਮਨ ਬਾਜਵਾ ਨਹੀਂ ਬਣੇਗੀ ਤੇ ਨਾ ਹੀ ਪਰਿਵਾਰਵਾਦ ਦੇ ਖਿਲਾਫ ਹੀ ਮੇਰੀ ਲੜਾਈ ਹੈ ਮੈਂ ਅੱਜ ਤੋਂ ਨਹੀਂ ਪਹਿਲਾਂ ਤੋਂ ਅਕ੍ਰੋਸ ਪਾਰਟੀਜ਼ ਇਹ ਗੱਲ ਕਹਿੰਦੀ ਆਈ ਹਾਂ ਮੇਰਾ ਇਸ ਪਾਸੇ ਆਉਣ ਦਾ ਇੱਕੋ ਇੱਕ ਮਕਸਦ ਸੀ ਕਿ ਅਸੀਂ ਆਮ ਘਰਾਂ ਦੇ ਨੌਜਵਾਨ ਜਦ ਤੱਕ ਨਹੀਂ ਅੱਗੇ ਆਵਾਂਗੇ ਮਿਹਨਤ ਕਰਾਂਗੇ ਮਿਹਨਤ ਦੇ ਆਧਾਰ ਤੇ ਹੀ ਅੱਗੇ ਆਉਣ ਦੀ ਸੁਪਨਾ ਸਜਾਇਆ ਘਰੇ ਬੈਠੇ ਨਹੀਂ ਕੁਝ ਮੰਗ ਰਹੇ ਪਰ ਜਿੰਨਾ ਸਾਡਾ ਬਣਦਾ ਡਿਊ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਤੇ ਜੇ ਉਸ ਤੋਂ ਸਾਨੂੰ ਵਾਂਝੇ ਰੱਖਿਆ ਜਾਊਗਾ ਤਾਂ ਉਸ ਦੀ ਲੜਾਈ ਵੀ ਸਾਨੂੰ ਆਪ ਖੁਦ ਲੜਨੀ ਪਊਗੀ ਸਿਆਸਤ ਇਜ਼ ਨਾਟ ਇੰਪੋਰਟੈਂਟ ਹੈ ਕਿ ਜਿਹੜਾ ਮੇਰਾ ਮੈਸੇਜ ਹੈ ਜਿਹੜਾ ਮੇਰਾ ਇੱਕ ਮਕਸਦ ਹੈ ਕਿ ਕੀ ਗੱਲ ਅਸੀਂ ਸਿਰਫ ਨਾਰੇ ਲਾਉਣ ਨੂੰ ਆ ਬੱਸਾਂ ਭਰਨੀਆਂ ਤਾਂ ਫੋਨ ਦਾਮਨ ਬਾਜਵਾ ਨੂੰ ਆਉਂਦਾ ਧਰਨੇ ਲਾਉਣੇ ਤਾਂ ਫੋਨ ਦਾਮਨ ਬਾਜਵਾ ਨੂੰ ਆਉਂਦਾ ਕੋਈ ਵੀ ਜਿੱਥੇ ਕਿਤੇ ਪਾਰਟੀ ਦਾ ਪ੍ਰੋਗਰਾਮ ਹੁੰਦਾ ਹੈ ਅੱਜ ਮੈਂ ਲਿਖ ਕੇ ਦੇ ਸਕਦੀ ਹਾਂ ਕਿ ਸਭ ਤੋਂ ਵੱਧ ਮਿਹਨਤ ਤੇ ਸਭ ਤੋਂ ਜ਼ਿਆਦਾ ਇਕੱਠ ਦਾਮਨ ਬਾਜਵਾ ਲਿਜਾਂਦੀ ਰਹੀ ਹੈ ਔਰ 20 ਸਾਲ 22 ਸਾਲ ਮੇਰੇ ਘਰ ਵਾਲੇ ਨੂੰ ਹੋ ਗਏ 10 ਸਾਲ ਮੈਨੂੰ ਹੋ ਗਏ ਅਸੀਂ ਪਾਰਟੀ ਦੇ ਪਿੱਛੇ ਮਤਲਬ ਬਿਲਕੁਲ ਸੈਲਫਲੈਸ ਸਰਵਿਸ ਕਾਂਗਰਸ ਪਾਰਟੀ ਲਈ ਕੀਤੀ ਹੈ ਤੇ ਉਸ ਦੇ ਬਾਅਦ ਜੇ ਮੇਰਾ ਨਹੀਂ ਸੀ ਹੱਕ ਬਣਦਾ ਜੇ ਮੈਂ ਨਹੀਂ ਸੀ ਕੰਮ ਕੀਤਾ ਜੇ ਮੈਂ ਸਰਵੇਜ਼ ਜਾਂ ਰਿਪੋਰਟਾਂ 'ਚ ਨਹੀਂ ਸੀ ਆ ਰਹੀ ਨਾ ਦਿੰਦੇ ਟਿਕਟ ਮੈਂ ਨਹੀਂ ਸੀ ਇੰਨਾ ਰੌਲਾ ਪਾਉਣ ਜੋਗੀ ਹੋਣਾ ਹੀ ਨਹੀਂ ਸੀ ਮੇਰੇ ਪਿੱਛੇ ਸਪੋਰਟ ਹੀ ਨਹੀਂ ਸੀ ਹੋਣੀ ਪਰ ਜਦੋਂ ਅੱਜ ਲੋਕੀ ਚੀਕ ਕੇ ਕਹਿ ਰਹੇ ਕਿ ਸਾਡੇ ਦੇ ਨਾਲ ਨਾ ਇਨਸਾਫੀ ਹੋਈ ਹੈ ਜੇ ਮੈਂ ਕੰਮ ਕੀਤੇ ਹੋਏ ਤਾਂ ਹੀ ਆਪਣਾ ਹੱਕ ਮੰਗ ਰਹੀ ਹਾਂ ਕੀ ਲੱਗਦਾ ਕਿ ਕਿਉਂ ਪਾਰਟੀ ਨੂੰ ਕਿਸੇ ਹੋਰ ਕੈਂਡੀਡੇਟ ਨੂੰ ਟਿਕਟ ਦੇਣੀ ਪਈ ਪਰਿਵਾਰਵਾਦ ਜੀ ਸਿੱਧਾ ਜਿਹਾ ਇੱਥੇ ਤਾਂ ਕੋਈ ਹੋਰ ਰੂਲ ਹੀ ਨਹੀਂ ਤੁਸੀਂ ਇਹ ਵੇਖੋ ਕਿ ਇੱਕ ਆਪਣੇ ਭਤੀਜੇ ਨੂੰ ਐਡਜਸਟ ਕਰਨ ਲਈ ਉਹਨੂੰ ਅਮਰਗੜ੍ਹ ਭੇਜਿਆ ਗਿਆ ਮੈਂ ਅੱਜ ਤੁਹਾਨੂੰ ਪੁੱਛਦੀ ਹਾਂ ਉਹਦੀ ਕੀ ਕੁਆਲੀਫਿਕੇਸ਼ਨ ਹੈ ਮਨਜੋਤ ਸਿੰਘ ਸਿੱਧੂ ਜੀ ਤੇ ਇਲਜ਼ਾਮ ਲਾ ਰਹੇ ਹੋ
ਜੀ ਨਵਜੋਤ ਸਿੰਘ ਸਿੱਧੂ ਜੀ ਦਾ ਹੀ ਭਤੀਜਾ ਹੈ। ਇਲਜ਼ਾਮ ਨਹੀਂ, ਜੋ ਫੈਕਟਸ ਹੈ ਉਹੀ ਬਿਆਨ ਕਰ ਰਹੀ ਹਾਂ। ਔਰ ਡਰਨ ਦੀ ਲੋੜ ਨਹੀਂ। ਜੇ ਮੈਂ ਕਿਸੇ ਲੀਡਰ ਦੀ ਕੁੜੀ ਨਹੀਂ ਹੈਗੀ ਜਾਂ ਮੇਰਾ ਪਿਓ ਜਾਂ ਚਾਚਾ ਕੋਈ ਮੰਤਰੀ ਤੁਹਾਡੀ ਇਸ ਗੱਲ ਦੀ ਤੁਹਾਡੇ ਮੈਨੂੰ ਇਹਦਾ ਮਤਲਬ ਇਹ ਥੋੜਾ ਨਾ ਕਿ ਮੈਂ ਡਰ ਕੇ ਘਰੇ ਬਹਿ ਜਾਊਂਗੀ। ਤੁਹਾਡੀ ਇਹਨਾਂ ਸ਼ਬਦਾਂ ਦੀ, ਤੁਹਾਡੀ ਇਹਨਾਂ ਗੱਲਾਂ ਦੀ ਓਪੋਜੀਸ਼ਨ ਵੀ ਤਾਰੀਫ ਕਰਨ ਲੱਗੇ। ਆਮ ਆਦਮੀ ਪਾਰਟੀ ਦੇ ਸੀਐਮ ਦੇ ਚਿਹਰੇ ਭਗਵੰਤ ਮਾਨ ਇੱਥੋਂ ਤੱਕ ਗੱਲ ਕਹਿ ਦਿੰਦੇ ਨੇ ਕਿ ਉੱਦਾਂ ਤਾਂ ਕਾਂਗਰਸ ਪਾਰਟੀ ਇਹ ਗੱਲ ਕਰਦੀ ਹੈ ਕਿ ਲੜਕੀ ਹੂੰ ਲੜ ਸਕਤੀ ਹੂੰ, ਪਰ ਸਨਾਮ ਦੇ ਵਿੱਚ ਇੱਕ ਕੁੜੀ ਦਾ ਹੱਕ ਮਾਰ ਲਿਆ। ਬਿਲਕੁਲ। ਔਰ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਨਵਜੋਤ ਸਿੱਧੂ ਜੀ ਕੋਲ ਕਿਉਂ ਨਹੀਂ ਗਏ। ਨਹੀਂ ਗਈ ਮੈਂ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਮੇਰੀ ਉਹ ਹਰ ਵਾਰ ਲਾ ਰਿਹਾ ਮੇਰੀ ਟਿਕਟ ਬਦਲਣ ਲਈ। ਔਰ ਇਸ ਲਈ ਨਹੀਂ ਕਿ ਉਹਨਾਂ ਦੀ ਮੇਰੇ ਨਾਲ ਕੋਈ ਪ੍ਰੋਬਲਮ ਸੀ, ਇਸ ਲਈ ਕਿਉਂਕਿ ਉਹ ਆਪਣੇ ਭਤੀਜੇ ਨੂੰ ਅਮਰਗੜ੍ਹ ਫਿੱਟ ਕਰਨਾ ਚਾਹੁੰਦੇ ਸੀ। ਔਰ ਅਮਰਗੜ੍ਹ ਵਾਲੇ ਆਪਣਾ ਹਲਕਾ ਬਦਲ ਕੇ ਕਿਸੇ ਹੋਰ ਹਲਕੇ 'ਚ ਫਿੱਟ ਹੋਣਾ ਚਾਹੁੰਦੇ ਸੀ, ਕਿਉਂਕਿ ਉੱਥੇ ਉਹਨਾਂ ਨੂੰ ਪਤਾ ਸੀ ਕਿ ਸਾਡੀ ਦਾਲ ਇਸ ਵਾਰ ਨਹੀਂ ਗਲਣੀ। ਸਾਡੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਅਸੀਂ ਬੇਨਕਾਬ ਹੋ ਚੁੱਕੇ ਹਾਂ 5 ਸਾਲਾਂ ਵਿੱਚ। ਜਿਸ ਤਰੀਕੇ ਉਹਨਾਂ ਨੇ ਹਲਕੇ ਵਿੱਚ ਕੋਈ ਕੰਮ ਨਹੀਂ ਕਰਵਾਇਆ, ਉੱਥੇ ਹਾਜ਼ਰ ਨਹੀਂ ਸੀ ਹੁੰਦੇ, ਔਰ ਕਈ ਤਰ੍ਹਾਂ ਦੇ ਉਹਨਾਂ ਤੇ ਇਲਜ਼ਾਮਾਤ ਉੱਥੋਂ ਦੇ ਲੋਕ ਲਗਾ ਰਹੇ। ਦਾਮਨ ਬਾਜਵਾ ਨਹੀਂ ਲਗਾ ਰਹੀ। ਉਹ ਤੁਹਾਡੇ ਤੇ ਇੱਕ ਇਲਜ਼ਾਮ ਲਾ ਰਹੇ ਨੇ, ਕਹਿੰਦੇ ਨੇ ਤੁਹਾਡੇ ਨਾਲ ਸਟੇਜ ਨਹੀਂ ਅਸੀਂ ਸਾਂਝੀ ਕਰਾਂਗੇ ਕਿ ਇਹ ਜਿਹੜੇ ਸਨਾਮ ਹਲਕਾ ਇੰਚਾਰਜ ਦਮਨ ਸਿੰਘ ਬਾਜਵਾ ਨੇ ਜਾਂ ਉਹਨਾਂ ਦਾ ਪਰਿਵਾਰ ਹੈ ਉਹ ਦਾਗੀ ਹੈ। ਕਿਸ ਗੱਲ ਤੇ? ਕਿਹੜੀ ਗੱਲ ਤੇ ਦਾਗੀ, ਇਹ ਵੀ ਦੱਸਣ ਨਾ। ਜਾਂ ਚਲੋ ਮੰਨ ਲਿਆ ਮੈਂ ਤਾਂ ਦਾਗੀ ਆ, ਮੇਰਾ ਤਾਂ ਤੁਹਾਡੇ ਨਾਲ ਕੋਈ ਕੰਪੀਟੀਸ਼ਨ ਹੀ ਨਹੀਂ। ਮੇਰਾ ਤਾਂ ਤੁਸੀਂ ਨਾ ਕਰੋ ਮੇਰੇ ਨਾਲ ਸਟੇਜ ਸਾਂਝੀ। ਮੈਂ ਜਦੋਂ ਮੇਰੇ ਨਾਲ ਤਾਂ ਤੁਹਾਨੂੰ ਤਾਂ ਤਕਲੀਫ ਹੋਵੇ ਜੇ ਮੈਂ ਤੁਹਾਡੇ ਕੁਝ ਸ਼ਾਨ ਦੇ ਖਿਲਾਫ ਕਦੀ ਕੁਝ ਕਿਹਾ ਹੋਵੇ, ਜਾਂ ਮੈਂ ਤੁਹਾਨੂੰ ਕੋਈ ਨਿੱਜੀ ਕਦੀ ਨੁਕਸਾਨ ਪਹੁੰਚਾਇਆ ਹੋਵੇ, ਜਾਂ ਮੈਂ ਤੁਹਾਡੇ ਤੋਂ ਮੰਗਿਆ ਹੋਵੇ ਕਿ ਮੈਨੂੰ ਤੁਸੀਂ ਕਰੈਕਟਰ ਸਰਟੀਫਿਕੇਟ ਦਿਓ। ਮੈਨੂੰ ਲੋੜ ਹੀ ਨਹੀਂ। ਮੇਰਾ ਕਰੈਕਟਰ ਸਰਟੀਫਿਕੇਟ ਬਾਹਰ ਬੈਠੇ ਹਜ਼ਾਰਾਂ ਦੀ ਗਿਣਤੀ ਵਿੱਚ ਸੁਨਾਮ ਦੇ ਲੋਕ ਹੈ, ਔਰ ਲੋਕ ਹੀ ਇਸ ਚੀਜ਼ ਦੀ ਪਰਖ ਕਰਦੇ ਕਿ ਕੌਣ ਕੀ ਹੈ ਔਰ ਕੌਣ ਕੀ ਨਹੀਂ ਹੈ। ਸੋ ਇਸ ਲਈ ਇਹਨਾਂ ਦੇ ਕਿਸੇ ਕੁਝ ਵੀ ਕਹੇ ਨਾਲ ਮੇਰੀ ਸਿਹਤ ਤੇ ਇੱਕ ਪੈਸਾ ਫਰਕ ਨਹੀਂ ਪੈਂਦਾ। ਪਰ ਹਾਂ, ਗੱਲ ਇਹ ਹੈ ਕਿ ਦਾਮਨ ਬਾਜਵਾ ਦਾਗੀ ਹੈ ਨਹੀਂ ਹੈ, ਇਹ ਤਾਂ ਜਨਤਾ ਡਿਸਾਈਡ ਕਰੂਗੀ। ਬਟ ਜੇ ਅੱਜ ਦਾਮਨ ਬਾਜਵਾ ਆਪਣੀ ਜ਼ਿੰਦਗੀ ਦੇ ਇਸ ਮੋੜ ਤੇ ਖੜੀ ਹੈ, ਉਹ ਇਸ ਲਈ ਹੈ ਕਿਉਂਕਿ ਦਾਮਨ ਬਾਜਵਾ ਕਿਸੇ ਦੀ ਭਤੀਜੀ ਨਹੀਂ ਹੈ। ਦਾਮਨ ਬਾਜਵਾ ਦਾ ਪਿਓ ਮੰਤਰੀ ਨਹੀਂ ਹੈ। ਦਾਮਨ ਦੇ ਮਾਪਿਓ ਨੇ ਕਦੀ ਕੋਈ ਇਲੈਕਸ਼ਨ ਨਹੀਂ ਲੜੀ। ਸਾਡਾ ਕੋਈ ਸਿਆਸੀ ਘਰਾਣਾ ਨਹੀਂ ਹੈ। ਦਾਮਨ ਬਾਜਵਾ ਕੋਲ ਕੋਈ ਸਿਫਾਰਿਸ਼ ਨਹੀਂ ਹੈ। ਉਹ ਉਸਦਾ ਖਮਿਆਜ਼ਾ ਜ਼ਰੂਰ ਦਾਮਨ ਬਾਜਵਾ ਨੇ ਭਰਿਆ। ਜਦੋਂ ਤੁਹਾਨੂੰ ਟਿਕਟ ਨਹੀਂ ਮਿਲੀ ਤਾਂ ਆਪਸ 'ਚ ਚਿੰਤਨ ਕਰਦੇ ਹੋਵੋਗੇ ਹਸਬੈਂਡ ਵਾਈਫ ਬੈਠ ਕੇ ਜਾਂ ਪਰਿਵਾਰ ਬੈਠ ਕੇ, ਤਾਂ ਕਿਤੇ ਇਹ ਨਹੀਂ ਦਿਮਾਗ ਦੇ ਵਿੱਚ ਇਹ ਵੀ ਚੱਲਿਆ ਹੋਵੇ ਕਿ ਅਸੀਂ ਪਾਰਟੀ ਨੂੰ ਸਟਰੋਂਗ ਕਰੀਏ, ਚਲੋ ਟਿਕਟ ਜਿਹਨੂੰ ਮਰਜ਼ੀ ਦੇਤੀ ਉਹਨਾਂ ਦੇ ਨਾਲ ਚੱਲਣਾ ਚਾਹੀਦਾ? ਬਿਲਕੁਲ। ਮੈਂ ਤਾਂ ਪਹਿਲੇ ਦਿਨ ਜਦੋਂ ਇਹ ਹੋਇਆ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਮੈਂ ਔਰ ਮੇਰੇ ਹਸਬੈਂਡ ਅਸੀਂ ਬਹੁਤ ਹੀ ਪਰਮਾਤਮਾ 'ਚ ਵਿਸ਼ਵਾਸ ਰੱਖਣ ਵਾਲੇ ਔਰ ਪਰਮਾਤਮਾ ਤੋਂ ਡਰ ਕੇ ਚੱਲਣ ਵਾਲੇ ਦੋਨੋਂ ਜਣੇ ਹੈਗੇ ਆ। ਅਸੀਂ ਹਰ ਫੈਸਲਾ, ਮੇਰੇ ਹਸਬੈਂਡ ਤਾਂ ਘਰੋਂ ਨਿਕਲਦੇ ਸਾਰ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਹੀ ਕਿਸੇ ਵੀ ਪਾਸੇ ਦਿਨ ਆਪਣਾ ਸ਼ੁਰੂ ਕਰਦੇ ਆ। ਸੋ ਅਸੀਂ ਤਾਂ ਉਸਨੂੰ ਪਰਮਾਤਮਾ ਦਾ ਇੱਕ ਭਾਣਾ ਮੰਨ ਲਿਆ ਸੀਗਾ। ਅਸੀਂ ਤਾਂ ਸੋਚ ਲਿਆ ਸੀ ਕਿ ਹੋ ਸਕਦਾ ਪਰਮਾਤਮਾ ਕੋਲ ਸਾਡੇ ਵਾਸਤੇ ਕੋਈ ਹੋਰ ਪਲਾਨ ਹੋਵੇ। ਅਸੀਂ ਕਿਹੜਾ ਕੋਈ ਰੋਜ਼ ਰਾਤ ਨੂੰ ਐਮਐਲਏ ਬਣ ਕੇ ਸੌਂਦੇ ਸੀਗੇ। ਅਸੀਂ ਜਿੰਨਾ ਕੁ ਸਾਨੂੰ ਸਮਝ ਸੀਗੀ, ਜਿੰਨੇ ਕੁ ਜੋਗੇ ਸੀਗੇ, ਆਪਣਾ ਕੰਮ ਕਰੀ ਗਏ। ਹਾਰ ਗਏ, ਸਾਡੇ ਸਿਤਾਰੇ ਹਾਰ ਗਏ, ਮੁਕੱਦਰ ਹਾਰ ਗਿਆ, ਨਹੀਂ ਸਾਨੂੰ ਟਿਕਟ ਮਿਲੀ। ਅਸੀਂ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਸੀ। ਔਰ ਤੁਸੀਂ ਮੇਰਾ ਸਭ ਤੋਂ ਪਹਿਲਾਂ ਲਾਈਵ ਦੇਖਿਆ ਹੋਣਾ, ਜਿਹੜਾ 1 ਘੰਟੇ ਬਾਅਦ ਹੀ ਮੈਂ ਪਾਇਆ ਸੀਗਾ, ਔਰ ਉਹ ਮੇਰਾ ਫਰਸਟ ਰਿਐਕਸ਼ਨ ਸੀਗਾ ਕਿ ਮੈਂ ਚੜ੍ਹਦੀ ਕਲਾ 'ਚ ਆ ਤੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ। ਬਟ ਉਸਦੇ ਬਾਅਦ ਮੈਂ ਤਾਂ ਕਿਸੇ ਦੀ ਸ਼ਾਨ ਦੇ ਖਿਲਾਫ ਇੱਕ ਅੱਖਰ ਨਹੀਂ ਸੀ ਚਾਹੁੰਦੀ ਸੀ ਕੋਈ ਮਨਾਣ ਆਵੇ। ਧੀਮਾਨ ਸਾਹਿਬ ਤੁਹਾਨੂੰ ਆ ਕੇ ਮਨਾਉਣ ਵਾਲੀ ਤਾਂ ਗੱਲ ਹੀ ਨਹੀਂ ਜੀ। ਮੈਂ ਤਾਂ ਪਾਰਟੀ ਦੀ ਇੱਕ ਵਰਕਰ ਸੀਗੀ, ਪਾਰਟੀ ਦੇ ਨਾਲ ਜੁੜੀ ਹੋਈ ਸੀਗੀ। ਪਰ ਹਾਂ, ਪਾਰਟੀ ਤੋਂ ਵੀ ਪਹਿਲਾਂ ਮੈਂ ਇਸ ਪੰਜਾਬ ਦੀ ਧੀ ਹਾਂ, ਔਰ ਮੈਨੂੰ ਮੇਰੀ ਇੱਜ਼ਤ ਔਰ ਆਬਰੂ ਸਭ ਤੋਂ ਜ਼ਰੂਰੀ ਹੈ। ਜੇ ਮੇਰੀ ਸ਼ਾਨ ਦੇ ਖਿਲਾਫ, ਮੇਰੇ ਪਰਿਵਾਰ ਦੇ ਖਿਲਾਫ, ਮੇਰੀ ਇੱਜ਼ਤ ਦੇ ਖਿਲਾਫ ਜੇ ਕੋਈ ਬਾਹਰਲਾ ਵਿਅਕਤੀ ਬਿਨਾਂ ਮਤਲਬ, ਬਿਨਾਂ ਉਕਸਾਏ, ਬਿਨਾਂ ਮੈਂ ਜਦੋਂ ਉਹਦੇ ਖਿਲਾਫ ਕੁਝ ਕਿਹਾ ਨਹੀਂ, ਜਦੋਂ ਮੈਂ ਕੁਝ ਨਹੀਂ ਬੋਲੀ, ਮੈਂ ਤਾਂ ਆਪਣੀ ਕਿਸਮਤ ਨੂੰ ਮੰਨ ਕੇ ਬਹਿ ਗਈ ਸੀ ਨਾ। ਫਿਰ ਜੇ ਤੁਸੀਂ ਮੀਡੀਆ ਵਿੱਚ ਮੇਰੇ ਖਿਲਾਫ ਕੁਝ ਬੋਲੋਗੇ ਤਾਂ ਫਿਰ ਉਸ ਚੀਜ਼ ਨੂੰ ਤਾਂ ਮੈਂ ਬਰਦਾਸ਼ਤ ਕਰੂੰਗੀ ਤੇ ਨਾ ਕੋਈ ਪੰਜਾਬ ਦੀ ਧੀ ਬਰਦਾਸ਼ਤ ਕਰੂਗੀ। ਤੇ ਉੱਥੇ ਤਾਂ ਮੈਂ ਆਪਣੀ ਇੱਜ਼ਤ ਲਈ ਔਰ ਆਪਣੀ ਆਬਰੂ ਲਈ ਲੜੂੰਗੀ। ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਹੁਣ ਤੁਸੀਂ ਜੇ ਪਾਰਟੀ ਟਿਕਟ ਦੇ ਦਿੰਦੀ ਤਾਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਆਪਣਾ ਕੰਮ ਦਿਖਾਉਂਦੇ, ਜਿਹੜੇ ਤੁਹਾਡੇ ਵਿਰੋਧੀ ਨੇ ਉਹਨਾਂ ਦੇ ਖਿਲਾਫ ਜਿਹੜਾ ਪ੍ਰਚਾਰ ਕਰਦੇ ਕਿ ਉਹਨਾਂ ਨੇ ਨਹੀਂ ਕੰਮ ਕੀਤਾ, ਇੱਥੋਂ ਐਮਐਲਏ ਅਮਨ ਅਰੋੜਾ ਰਹੇ ਨੇ, ਪਰ ਤੁਹਾਡੇ ਹੁਣ ਜਿੰਨੇ ਵੀ ਭਾਸ਼ਣ ਸੁਣ ਰਹੇ ਉਹਨਾਂ ਦਾ ਤਾਂ ਜ਼ਿਕਰ ਹੀ ਨਹੀਂ ਆ ਰਿਹਾ। ਤੁਸੀਂ ਆਪਣੀ ਜਿਹੜੇ ਕੈਂਡੀਡੇਟ ਆ ਕਾਂਗਰਸ ਆਪਸ ਦੇ ਵਿੱਚ ਉਲਝ ਕੇ ਕਿਉਂ ਰਹਿ ਗਈ? ਨਹੀਂ ਦੇਖੋ, ਮੇਰੇ ਕੰਮ ਮੈਨੂੰ ਨਾ ਤਾਂ ਲੋਕਾਂ ਵਿੱਚ ਜਾ ਕੇ ਕੰਮ ਗਣਾਉਣ ਦੀ ਲੋੜ ਸੀ, ਕਿਉਂਕਿ ਮੈਂ ਲੋਕਾਂ ਦੇ ਵਿੱਚ 24 ਘੰਟੇ ਰਹੀ ਹਾਂ।
5 ਸਾਲ ਦਿਨ ਰਾਤ ਰਹੀ ਹਾਂ, ਮੇਰੇ ਕੰਮਾਂ ਨਾਲ ਲੋਕੀ ਚੰਗੀ ਤਰ੍ਹਾਂ ਵਾਕਿਫ ਹੈ। ਸਗੋਂ ਇਸ ਵਾਰ ਤਾਂ ਲੋਕੀ ਆਪ ਕਹਿ ਰਹੇ ਸੀਗੇ ਕਿ ਇਸ ਸੀਟ ਤੇ ਪੂਰੇ ਜ਼ਿਲ੍ਹੇ ਵਿੱਚ ਜੇ ਸਭ ਤੋਂ ਸਟਰੋਂਗ ਕਾਂਗਰਸ ਕਿਸੇ ਸੀਟ ਤੇ ਸੀ ਤਾਂ ਸੁਨਾਮ ਸੀਟ ਤੇ ਸੀ। ਅੱਜ ਲੋਕੀ ਮੇਰੇ ਕੰਮਾਂ ਨੂੰ ਆਪ ਮੂੰਹੋਂ ਖੁਦ ਹੀ ਕਹਿਣ ਲੱਗ ਗਏ ਸੀਗੇ, ਚਰਚਾਵਾਂ 'ਚ ਮੇਰੇ ਕੰਮ ਸੀਗੇ ਹਰ ਥਾਂ ਤੇ ਓਬਵੀਅਸਲੀ ਇਹ ਇਲੈਕਸ਼ਨ ਵੀ ਮੈਂ ਉਸੇ ਆਧਾਰ ਤੇ ਲੜਨੀ ਸੀ। ਪਰ ਹਾਂ, ਹੁਣ ਮੈਂ ਇਸ ਮੌਕੇ ਪਰ ਗੱਲ ਇਹ ਹੈ ਨਾ ਕਿ ਤੁਹਾਨੂੰ ਪਤਾ ਕਿ ਤੁਹਾਡੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ, ਸਾਡੇ ਸਰਵੇ ਮੈਂ ਇਸ ਨਾਮ ਦੇ ਵਿੱਚ ਜੇ ਸਰਵੇ ਕੀਤਾ ਤਾਂ ਉਹਦੇ ਵਿੱਚ ਵੀ ਇਹ ਆਉਣ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਉਰੋਂ ਦੀ ਸੀਟ ਆ ਉਹ ਕਲੀਅਰ ਹੋਊਗੀ, ਕਿਉਂਕਿ ਕਾਂਗਰਸ ਜਿਹਨੇ ਓਪੋਜੀਸ਼ਨ ਦਾ ਕੰਮ ਕਰਨਾ ਸੀਗਾ, ਕਾਂਗਰਸ ਨੇ ਜਿੱਥੋਂ ਕੰਪੀਟੀਟ ਕਰਨਾ ਸੀ ਉਹੀ ਇੰਨੀ ਕਮਜ਼ੋਰ ਹੋ ਚੁੱਕੀ ਹੈ, ਤਾਂ ਉਹਨਾਂ ਦੀ ਸੀਟ ਉਹ ਬਿਲਕੁਲ ਸ਼ਾਂਤ ਹੋ ਕੇ ਬੈਠੀ ਹੈ। ਤੇ ਬਿਲਕੁਲ ਸਹੀ ਗੱਲ ਹੈ। ਮੈਂ ਤਾਂ ਪਹਿਲਾਂ ਵੀ ਕਹਿ ਰਹੀ ਹਾਂ ਕਿ ਇੱਥੇ ਤਾਂ ਇਸ ਸੀਟ ਤੇ ਤਾਂ ਕਾਂਗਰਸ ਪਾਰਟੀ ਨੇ ਇਸ ਸੀਟ ਨੂੰ ਜਿਵੇਂ ਆਪਾਂ ਟਰੇ ਦੇ ਉੱਪਰ ਜਾਂ ਪਲੈਟਰ ਦੇ ਉੱਪਰ ਕੋਈ ਚੀਜ਼ ਸਰਵ ਨਹੀਂ ਕਰ ਦਿੰਦੇ ਕਿਸੇ ਨੂੰ, ਅਸੀਂ ਤਾਂ ਉਸ ਤਰੀਕੇ ਸੀਟ ਨੂੰ ਆਮ ਆਦਮੀ ਪਾਰਟੀ ਦੇ ਹਵਾਲੇ ਕਰਤਾ। ਇਹ ਮਤਲਬ ਲੜਾਈ ਮੇਰੀ ਇਸ ਗੱਲ ਦੀ ਸੀਗੀ, ਮੈਂ ਕਾਂਗਰਸ ਦੇ ਹੀ ਹਿੱਤ ਦੀ ਗੱਲ ਕਰ ਰਹੀ ਸੀ ਕਿ ਆਪਾਂ ਜੇ ਟਿਕਟ ਸਿਲੈਕਸ਼ਨ ਇਸ ਤਰੀਕੇ ਕਰਨ ਲੱਗ ਗਏ, ਜੇ ਆਪਾਂ ਪਰਿਵਾਰਵਾਦ ਨੂੰ ਹਾਵੀ ਹੋਣ ਦੇਵਾਂਗੇ, ਜੇ ਆਪਾਂ ਤੁਸੀਂ ਮੈਨੂੰ ਦੱਸੋ ਅਮਰਗੜ੍ਹ ਦੀ ਸੀਟ ਸਮਿਤ ਸਿੰਘ ਮੈਂ ਜਾਣਦੀ ਵੀ ਨਹੀਂ ਕੌਣ ਹੈ, ਉਹਦੀ ਕੀ ਦੇਣ ਹੈ ਪਾਰਟੀ ਨੂੰ? ਉੱਥੇ ਇੰਨੇ ਲੋਕ ਹੋਰ ਕਾਂਗਰਸ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਲੋਕ ਮਿਹਨਤ ਕਰ ਰਹੇ ਸੀਗੇ, ਕੀ ਗੱਲ ਉਹਨਾਂ ਦਾ ਕੋਈ ਹੱਕ ਨਹੀਂ ਸੀਗਾ? ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ। ਮੈਂ ਸੁਣਿਆ ਸਮਿਤ ਸਿੰਘ ਇੱਕ ਨੌਜਵਾਨ ਹੈ ਤੇ ਨੌਜਵਾਨ ਤਾਂ 5 ਸਾਲ ਬਾਅਦ ਵੀ ਆਪਣੇ ਆਪ ਨੂੰ ਪ੍ਰੂਵ ਕਰਦੇ, ਗਰਾਊਂਡ ਤੇ ਕੰਮ ਕਰਦੇ, ਨਵਜੋਤ ਸਿੰਘ ਸਿੱਧੂ ਜੀ ਦੇ ਕਰੀਬੀ ਸੀਗੇ, ਉਹਨਾਂ ਦੀ ਮਦਦ ਨਾਲ ਕੰਮ ਕਰਵਾਉਂਦੇ, 4 ਲੋਕਾਂ ਦਾ ਕੁਝ ਸਵਾਰਦੇ, ਅਗਲੀ ਵਾਰ ਲੜ ਲੈਂਦੇ। ਇਸੇ ਵਾਰ ਇੰਨੀ ਉਤਸੁਕਤਾ ਕਿਉਂ, ਇੰਨੀ ਇਸ ਵਾਰੀ ਕਿਉਂ ਅਚਵੀ ਲੱਗੀ ਹੋਈ ਸੀ ਕਿ ਐਤਕੀ ਇਲੈਕਸ਼ਨ ਲੜਨੀ ਹੈ? ਉਹ ਵੀ ਸੁਨਾਮ ਸੀਟ ਦੀ। ਆਪਣੇ ਜੇ ਚਾਚੇ ਦੇ ਸਿਰ ਤੇ ਆਪਣੇ ਪੈਰ ਜਮਾਉਣੇ ਹੈ ਤਾਂ ਫਿਰ ਇਹ ਤਾਂ ਪਰਿਵਾਰਵਾਦ ਹੀ ਹੋਇਆ। ਉਹਨਾਂ ਨੂੰ ਐਡਜਸਟ ਕਰਨ ਦੇ ਚੱਕਰ 'ਚ ਧਮਾਨ ਸਾਹਿਬ ਨੂੰ ਉਰੇ ਭੇਜਦਾ, ਧਮਾਨ ਸਾਹਿਬ ਨੂੰ ਵੀ ਭੇਜਿਆ ਹੁੰਦਾ ਤਾਂ ਵੀ ਠੀਕ ਸੀ, ਗਾਂ ਉਹਨਾਂ ਦਾ ਭਤੀਜਾ ਭੇਜਦਾ ਜਿਹਨੂੰ ਕੋਈ ਜਾਣਦਾ ਨਹੀਂ, ਕੋਈ ਪਹਿਚਾਣਦਾ ਨਹੀਂ। ਕੀ ਦੇਣ ਹੈ ਜੀ ਜਸਵਿੰਦਰ ਧਮਾਨ ਦੀ ਕਾਂਗਰਸ ਪਾਰਟੀ ਨੂੰ, ਸਿਵਾਏ ਇਸ ਗੱਲ ਦੇ ਕਿ ਉਹਨਾਂ ਦੇ ਚਾਚਾ ਜੀ ਐਮਐਲਏ ਰਹੇ ਨੇ, ਉਹਨਾਂ ਦੀ ਵੀ ਕੀ ਦੇਣ ਹੈ ਕਾਂਗਰਸ ਪਾਰਟੀ ਦੀ? ਇਹ ਦੂਜੇ ਪਾਸੇ ਮੇਰੇ ਵਰਗੇ ਲੋਕ ਜਿਹੜੇ ਇੱਕ ਚੀਜ਼ ਅਸੀਂ ਜੋ ਅੱਜ ਤੱਕ ਹਾਸਿਲ ਕੀਤੀ ਹੈ, ਵੋਟਾਂ ਲੈ ਕੇ ਆਪਣਾ ਹੱਕ ਲਿਆ। ਜੇ ਐਨਐਸਯੂਆਈ ਦੀ ਸੂਬੇ ਦੀ ਪ੍ਰਧਾਨ ਰਹੀ ਸੀ ਤਾਂ ਵੋਟਾਂ ਲੈ ਕੇ ਬਣੀ ਸੀਗੀ, ਜੇ ਯੂਥ ਕਾਂਗਰਸ ਦੀ 2 ਵਾਰ ਵਾਈਸ ਪ੍ਰਧਾਨ ਰਹੀਆਂ ਤਾਂ ਵੋਟਾਂ ਲੈ ਕੇ ਬਣੀਆਂ, ਜੇ ਨੈਸ਼ਨਲ ਸੈਕਟਰੀ ਸੀ ਤਾਂ ਕੰਮਾਂ ਦੇ ਆਧਾਰ ਤੇ ਨੋਮੀਨੇਟ ਕੀਤਾ ਸੀ ਹਾਈ ਕਮਾਂਡ ਨੇ, ਹਿਮਾਚਲ ਦੀ ਇੰਚਾਰਜ ਰਹੀਆਂ। ਸੋ ਜਿਹੜੇ ਲੋਕ ਗਰਾਊਂਡ ਤੋਂ ਗਏ ਹੋਏ ਉੱਪਰ ਨੇ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਜਿਨ੍ਹਾਂ ਨੇ ਬੱਸਾਂ ਭਰੀਆਂ। ਉਹੀ ਸਵਾਲ ਹੈ ਕਿ ਜਿਹੜੇ ਕਾਂਗਰਸ ਦੇ ਵਿੱਚ ਖਫਾ ਹੋ ਰਹੇ ਨੇ, ਜਦੋਂ ਹਾਈ ਕਮਾਂਡ ਨੇ ਝੋਲੀ ਭਰੀ ਹੈ, ਜਦੋਂ ਹਾਈ ਕਮਾਂਡ ਨੇ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ, ਜਦੋਂ ਪਿਛਲੀ ਵਾਰ ਟਿਕਟ ਦਿੱਤੀ ਸੀ ਉਦੋਂ ਕਿਤੇ ਨਾ ਕਿਤੇ ਹਾਈ ਕਮਾਂਡ ਦੇ ਫੈਸਲੇ ਤੋਂ ਸੰਤੁਸ਼ਟ ਸੀਗੇ। ਇਸ ਵਾਰ ਜੇ ਟਿਕਟ ਨਹੀਂ ਮਿਲੀ ਤਾਂ ਇਹ ਕਿਉਂ ਹਾਈ ਕਮਾਂਡ ਤੇ ਇੱਕ ਕਾਂਗਰਸ 'ਚ ਚੱਲ ਮੈਂ ਬਾਰ-ਬਾਰ ਉਹੀ ਗੱਲ ਕਹਿ ਰਹੀ ਹਾਂ, ਪਿਛਲੀ ਵਾਰ ਮੈਨੂੰ ਘਰੇ ਬੈਠੀ ਨੂੰ ਟਿਕਟ ਨਹੀਂ ਸੀ ਦਿੱਤੀ, ਪਿਛਲੀ ਵਾਰ ਵੀ ਮੇਰੇ ਘਰ ਵਾਲੇ ਦੀ 18-19 ਸਾਲ ਦੀ ਮਿਹਨਤ ਨੂੰ ਦੇਖ ਕੇ ਤੇ ਮੇਰੇ 7-8 ਸਾਲ ਦੇ ਕੰਮਾਂ ਨੂੰ ਜ਼ਿੰਮੇਵਾਰ ਸਿਰਫ ਇੱਕ ਇਨਸਾਨ ਮੰਨਦਾ, ਇੱਕ ਇਨਸਾਨ ਜਾਂ ਕਹਿ ਲਓ ਕਿ ਪਾਰਟੀ ਦੀ ਕਮਜ਼ੋਰੀ ਹੈ। ਇੱਕ ਇਨਸਾਨ ਨਹੀਂ, ਦੇਖੋ ਜੇ ਉੱਥੇ ਬਾਕੀ ਕਮੇਟੀ ਮੈਂਬਰਸ ਨੇ ਵੀ ਇੱਕ ਇਨਸਾਨ ਦੇ ਅੱਗੇ ਹੱਥ ਖੜੇ ਕਰਤੇ ਤਾਂ ਉੱਥੇ ਕਿਤੇ ਨਾ ਕਿਤੇ ਪਾਰਟੀ ਦੀ ਵੀ ਕਮਜ਼ੋਰੀ ਹੈ। ਪਾਰਟੀ ਨੋ ਡਾਊਟ ਬਹੁਤ ਲੋਕਾਂ ਨੇ ਮੇਰੀ ਲੜਾਈ ਲੜੀ, ਚੰਨੀ ਜੀ ਨੇ ਆਊਟ ਆਫ ਦ ਵੇ ਜਾ ਕੇ ਮੇਰੀ ਲੜਾਈ ਲੜੀ, ਬਟ ਗੱਲ ਇਹ ਹੈ ਕਿ ਦੈਟ ਵਾਜ਼ ਨਾਟ ਇਨਫ। ਤੁਸੀਂ ਕਿਉਂ ਪਾਰਟੀ ਦਾ ਕੈਡਰ ਕਿਸੇ ਪਿੱਛੇ ਲੱਗ ਕੇ ਕਮਜ਼ੋਰ ਕਰਨ ਤੇ ਤੁਲੇ ਹੋਏ ਹੋ? ਪਾਰਟੀ ਆਪਾਂ ਸਾਰੇ ਹਿੰਦੁਸਤਾਨ 'ਚ ਖੜੀ ਕਰਨੀ ਹੈ। ਇੱਕ ਪਾਸੇ ਪ੍ਰਿਯੰਕਾ ਗਾਂਧੀ ਜੀ ਨਾਰਾ ਦੇ ਰਹੇ ਲੜਕੀ ਹੂੰ ਲੜ ਸਕਤੀ ਹੂੰ, ਤੇ ਲੜਨ ਵਾਲੀਆਂ ਲੜਕੀਆਂ ਨੂੰ, ਜਿਹੜੀਆਂ ਲੜਕੀਆਂ ਲੜ ਰਹੀਆਂ ਪਿਛਲੇ ਇੰਨੇ ਸਾਲਾਂ ਤੋਂ, ਉਹਨਾਂ ਨੂੰ ਤੁਸੀਂ ਕੱਟ ਘਰੇ ਬਿਠਾ ਰਹੇ ਹੋ। ਮੈਂ ਤਾਂ ਕਹਿ ਨਹੀਂ ਰਹੀ ਕਿ ਉਹੀ ਜਾ ਕੇ ਕਿਸੇ ਮਰਜ਼ੀ ਕੁੜੀ ਨੂੰ ਟਿਕਟ ਦੇ ਦਿਓ, ਪਰ ਜਿਹੜੀਆਂ ਮਿਹਨਤ ਕਰ ਰਹੀਆਂ, ਜਿਹੜੀਆਂ ਪਾਰਟੀ ਦੇ ਪਿੱਛੇ, ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਿਆ ਹੋਇਆ, ਜਿਨ੍ਹਾਂ ਨੇ ਹਰ ਕੁਝ ਆਪਣਾ ਦਾਅ ਤੇ ਲਗਾਇਆ ਹੋਇਆ ਪਾਰਟੀ ਪਿੱਛੇ, ਘੱਟੋ ਘੱਟ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ-ਤਾਣ ਤਾਂ ਦਿਓ। ਹਰ ਸੀਟ ਜਿੱਤਣ ਵਾਸਤੇ ਤਾਂ ਨਹੀਂ ਦਿੱਤੀ ਜਾਂਦੀ। ਤੁਹਾਡੇ ਵਿਰੋਧੀ ਇਹ ਵੀ ਇਲਜ਼ਾਮ ਲਾਉਂਦੇ ਨੇ ਕਿ ਸੁਨਾਮ ਦੇ ਵਿੱਚ ਹਲਕਾ ਇੰਚਾਰਜ ਦੇ ਤੌਰ ਤੇ ਗੁੰਡਾਗਰਦੀ ਫੈਲਾਈ ਹੈ ਦਮਨ ਸਿੰਘ ਬਾਜਵਾ ਹੋਰਾਂ ਨੇ, ਉਹਨਾਂ ਦੇ ਪਰਿਵਾਰ। ਪ੍ਰੂਫ ਦੇਣ ਕਿਹੜੀ ਗੱਲ ਤੇ? ਇੱਕ ਮੇਰੇ ਘਰ ਵਾਲੇ ਤੇ ਜਾਂ ਮੇਰੇ ਤੇ ਤਾਂ ਕਿਸੇ ਨੂੰ ਥੱਪੜ ਮਾਰਨ ਦਾ ਵੀ ਪਰਚਾ ਨਹੀਂ ਹੈਗਾ, ਤੇ ਜਿਹੜੇ ਗੱਲਾਂ ਕਰ ਰਹੇ ਨੇ ਉਹ ਦੱਸਣ ਕਿ ਕਿਹੜੀ ਗੁੰਡਾਗਰਦੀ ਜੇ ਫੈਲਾਈ ਹੁੰਦੀ ਤਾਂ ਅੱਜ ਹਜ਼ਾਰਾਂ ਦੇ ਇਕੱਠ ਮੇਰੀ ਕੋਠੀ ਤੇ ਟਿਕਟ ਕੱਟਣ ਤੋਂ ਬਾਵਜੂਦ ਹੁੰਦੇ। ਅੱਜ ਲੋਕੀ ਸਗੋਂ ਭੰਗੜੇ ਪਾ ਰਹੇ ਹੁੰਦੇ ਕਿ ਦਾਮਨ ਦੀ ਅੱਜ ਮੇਰੀ ਹਰ ਭੈਣ, ਹਰ ਮਾਂ, ਹਰ ਬਜ਼ੁਰਗ ਦੀਆਂ ਅੱਖਾਂ ਨਮ ਹੈ, ਹਰ ਕੋਈ ਰੋ ਰਿਹਾ, ਗਲੇ ਭਰੇ ਆਏ ਹੋਏ ਆ। ਕਿਸੇ ਹਲਕੇ 'ਚ ਇੰਨਾ ਵਿਰੋਧ ਨਹੀਂ ਹੋਇਆ ਜਿੰਨਾ ਸੁਨਾਮ 'ਚ ਹੋਇਆ। ਲੋਕਾਂ ਨੇ ਇਸਤੀਫੇ ਤੱਕ ਦੇਤੇ ਤੇ ਫਿਰ ਇਹ ਗੁੰਡਾਗਰਦੀ ਦਾ ਨਤੀਜਾ। ਬੜੇ ਭਾਵੁਕ ਹੋ ਰਹੇ ਸੀ ਲੋਕ ਵੀ, ਤੁਸੀਂ ਵੀ ਅੱਖਾਂ ਨਮ ਹੋਈਆਂ ਸੀਗੀਆਂ। ਉਹਨਾਂ ਦੀ ਭਾਵਕਤਾ ਦੇਖ ਕੇ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ। ਮੈਨੂੰ ਟਿਕਟ ਦਾ ਕੋਈ ਮਲਾਲ ਨਹੀਂ, ਕਿਉਂਕਿ ਟਿਕਟ ਨਾ ਮਿਲਣ
ਤੋਂ ਬਾਅਦ ਹੀ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਸਾਰੇ ਮੇਰੇ ਭੈਣ ਭਰਾ ਮੇਰੇ ਨਾਲ ਇੰਨੇ ਜ਼ਿਆਦਾ ਦਿਲੀ ਤੌਰ ਤੇ ਜੁੜੇ ਹੋਏ ਸੀਗੇ। ਤੇ ਅੱਜ ਤਾਂ ਟਿਕਟ ਉਹ ਹੁੰਦਾ ਨਾ ਕਿ ਵਾਟ ਡਸਨਟ ਕਿਲ ਯੂ ਮੇਕਸ ਯੂ ਸਟਰੋਂਗਰ, ਐਂਡ ਲਾਈਫ ਵਿੱਚ ਐਵਰੀਥਿੰਗ ਹਰ ਚੀਜ਼ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ। ਤੇ ਅੱਜ ਇਹ ਟਿਕਟ ਨਾ ਮਿਲ ਕੇ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਮੈਂ ਕੁਛ ਨਾ ਕੁਛ ਜੋ ਮੈਂ ਕੀਤਾ ਸੀਗਾ, ਭਾਵੇਂ ਪਾਰਟੀ ਨੇ ਉਸਦਾ ਮੁੱਲ ਨਾ ਪਾਇਆ ਹੋਵੇ ਪਰ ਲੋਕਾਂ ਨੇ ਉਸਦਾ 100% ਮੁੱਲ ਪਾਇਆ। ਮੈਂ ਅਮਨ ਅਰੋੜਾ ਜੀ ਦੇ ਨਾਲ ਇੰਟਰਵਿਊ ਕਰ ਰਿਹਾ ਸੀਗਾ, ਮੈਂ ਉੱਥੇ ਤੁਹਾਡੇ ਕੰਮਾਂ ਦੀ ਤਾਰੀਫ ਕੀਤੀ ਕਿ ਲੋਕ ਇਹ ਕਹਿੰਦੇ ਨੇ ਕਿ ਦਮਨ ਸਿੰਘ ਬਾਜਵਾ ਹੋਰਾਂ ਨੇ ਜਿਹੜੇ ਕੂੜੇ ਦੇ ਡੰਪ ਸੀਗੇ ਉਹ ਚੁਕਾਤੇ। ਉਹਨਾਂ ਨੇ ਕਿਹਾ, ਕਹਿੰਦੇ ਇਹ ਸਿਰਫ ਦਿਖਾਵਾ ਹੈ, ਜੇ ਕੂੜੇ ਦੇ ਡੰਪ ਪਹਿਲਾਂ ਲੱਗੇ ਕਿੱਥੋਂ? ਹਾਂ ਤੇ ਜਮਾ ਕਿਉਂ ਹੋਇਆ ਵੀ ਬਾਅਦ ਦੇ ਵਿੱਚ 1 ਮਹੀਨਾ ਪਹਿਲਾਂ ਉਹਨਾਂ ਨੂੰ ਕੂੜਾ ਸਾਫ਼ ਕਰਾਉਣਾ ਕਿਉਂ ਯਾਦ ਆ ਗਿਆ? ਬਿਲਕੁਲ, ਅਮਨ ਅਰੋੜਾ ਜੀ ਅਮਰੀਕਾ ਤੋਂ ਆਏ ਨੇ। ਅਮਨ ਅਰੋੜਾ ਜੀ ਵੀ ਸੁਨਾਮ ਦੇ ਹੀ ਨਿਵਾਸੀ ਨੇ। ਕਹਿੰਦੇ ਇਹਨਾਂ ਦੀ ਜਿਹੜੀ ਸਰਕਾਰ ਨੇ ਕੋਈ ਵਾਅਦੇ ਕੀਤੇ ਹੋਏ ਸੀਗੇ, ਜਿਹੜੇ ਸਫਾਈ ਕਰਮਚਾਰੀ ਸੀਗੇ ਉਹਨਾਂ ਦੇ, ਉਹ ਪੂਰੇ ਨਹੀਂ ਹੋਏ, ਤਾਂ ਕਰਕੇ ਉਹ ਹੜਤਾਲ ਤੇ ਸੀ। ਜਦੋਂ ਹੜਤਾਲ ਪੂਰੀ ਹੋਈ ਤਾਂ ਉਹ ਸਾਫ਼ ਚੱਕਿਆ ਗਿਆ। ਇਹਨਾਂ ਨੇ ਸਿਰਫ ਆ ਕੇ ਤਸਵੀਰਾਂ ਖਿਚਵਾ ਲਈ। ਸ਼ੈਸ਼ਵ ਜੀ, ਤੁਸੀਂ ਪੱਤਰਕਾਰ ਹੋ, ਤੁਸੀਂ ਲੋਕਾਂ ਦੀ ਅੱਖ ਕੰਨ ਤੇ ਲੋਕਾਂ ਨੂੰ ਜਿਹੜੀ ਜਾਣਕਾਰੀ ਗਰਾਊਂਡ ਜ਼ੀਰੋ ਤੋਂ ਪਹੁੰਚਾਉਣ ਵਾਲੇ ਹੋ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਸ਼ਿਵ ਨਿਕੇਤਨ ਚੌਂਕ ਹੈ, ਕਿਸੇ ਮਰਜ਼ੀ ਨੂੰ ਜਾ ਕੇ ਪੁੱਛ ਲਓ, ਉਹ ਦਾਮਨ ਬਾਜਵਾ ਨੂੰ ਚੰਗਾ ਕਵੇ ਨਾ ਮਾੜਾ ਕਵੇ। ਸ਼ਿਵ ਨਿਕੇਤਨ ਚੌਂਕ ਤੇ 30 ਸਾਲ ਪੁਰਾਣਾ ਡੰਪ ਸੀ ਜਿਹੜਾ ਦਾਮਨ ਬਾਜਵਾ ਨੇ 2019 ਚ ਚੁਕਾਤਾ ਸੀ। ਜਿਹੜੀ ਹੜਤਾਲ ਦੀ ਇਹ ਗੱਲ ਕਰ ਰਹੇ ਆ ਉਹ 21 ਚ ਲੱਗੀ ਸੀਗੀ। 2 ਸਾਲ ਪਹਿਲਾਂ ਹੀ ਜਦੋਂ ਘਨਸ਼ਾਮ ਕਾਂਸਲ ਜੀ ਦੇ ਮਿਸਿਸ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸੀਗੇ, ਉਦੋਂ ਹੀ ਉਹ ਡੰਪ ਉੱਥੋਂ ਚੱਕਿਆ ਗਿਆ ਸੀ। ਲੋਕਾਂ ਨੇ ਵੀਡੀਓਆਂ ਪਾਈਆਂ ਹੋਈਆਂ ਫੇਸਬੁੱਕ ਤੇ। ਇਹਦਾ ਮਤਲਬ ਸਾਰੇ ਲੋਕ ਝੂਠ ਬੋਲ ਰਹੇ ਨੇ। ਤੇ ਡੰਪ ਲੱਗੇ ਕਿੱਥੋਂ? ਮੈਂ ਸਵਾਲ ਪੁੱਛਣਾ ਚਾਹੁੰਦੀ ਹਾਂ ਅਮਨ ਅਰੋੜਾ ਜੀ ਨੂੰ ਕਿ ਤੁਸੀਂ ਦੱਸੋ ਡੰਪ ਕਿੱਥੋਂ ਲੱਗੇ? ਤੁਸੀਂ ਸੁੱਤੇ ਪਏ ਸੀਗੇ? ਤੁਹਾਡਾ ਪਰਿਵਾਰ ਪਿਛਲੇ 30 ਸਾਲਾਂ ਤੋਂ ਸੁਨਾਮ ਦੀ ਸਿਆਸਤ ਵਿੱਚ ਐਕਟਿਵ ਹੈ। ਤੁਸੀਂ 4 ਵਾਰੀ ਹਲਕਾ ਇੰਚਾਰਜ, ਤੁਸੀਂ ਤੇ ਤੁਹਾਡਾ ਪਰਿਵਾਰਕ ਮੈਂਬਰਸ ਰਹੇ ਨੇ। ਤੁਸੀਂ ਤੁਹਾਡੇ ਘਰੋਂ ਤੁਹਾਡੇ ਪਿਤਾ ਜੀ ਮੰਤਰੀ ਰਹੇ ਨੇ। ਤੁਸੀਂ ਦੱਸੋ ਕਿ ਅੱਜ ਤੱਕ ਸਾਡੇ ਸ਼ਹਿਰ ਵਿੱਚ ਜੇ ਮੁੱਢਲੀਆਂ ਸਹੂਲਤਾਂ ਤੋਂ ਸਾਡਾ ਸ਼ਹਿਰ ਵਾਂਝਾ ਹੈ ਤੇ ਉਹਦੀ ਕਸੂਰਵਾਰ ਦਾਮਨ ਬਾਜਵਾ ਹੈ ਕਿ ਤੁਸੀਂ ਹੋ? ਜਿਹੜੇ 30 ਸਾਲ ਇੱਥੇ ਰਹੇ ਤਾਂ ਹੋ ਪਰ ਅੱਖਾਂ ਕੰਨ ਤੁਹਾਡੇ ਬੰਦ ਹੀ ਰਹੇ ਨੇ। ਤੁਹਾਡਾ ਧਿਆਨ ਸਿਰਫ ਆਪਣੇ ਸਿਆਸੀ ਮਤਲਬਾਂ ਤੱਕ ਹੀ ਸੀਮਿਤ ਸੀਗਾ। ਸ਼ਹਿਰ ਵਿੱਚ ਕੀ ਅਸੀਂ ਬਿਹਤਰ ਲੋਕਾਂ ਨੂੰ ਕੀ ਪ੍ਰੋਵਾਈਡ ਕਰ ਸਕਦੇ ਆ, ਉਹ ਤੁਹਾਨੂੰ ਉਸਦੀ ਕੋਈ ਪਰਵਾਹ ਨਹੀਂ ਸੀ। ਜੇ ਹੁੰਦੀ ਤਾਂ ਸ਼ਾਇਦ ਦਾਮਨ ਬਾਜਵਾ ਨੂੰ ਆ ਕੇ ਉਰੇ ਨਾ ਤਾਂ ਡੰਪ ਚੁਕਾਉਣ ਦੀ ਲੋੜ ਪੈਂਦੀ, ਨਾ ਦਾਮਨ ਬਾਜਵਾ ਨੂੰ ਉਦਮ ਸਿੰਘ ਜੀ ਦਾ ਮੈਮੋਰੀਅਲ ਬਣਾਉਣ ਦੀ ਲੋੜ ਪੈਂਦੀ, ਤੇ ਨਾ ਹੀ ਦਾਮਨ ਬਾਜਵਾ ਨੂੰ ਲੌਂਗੋਵਾਲ ਦਾ ਪੁਲ ਬਣਾਉਣ ਦੀ ਲੋੜ ਪੈਂਦੀ। ਜੇ ਮੰਡੀ ਵਿੱਚ 24 ਘੰਟੇ ਜੇ ਮੰਡੀ ਵਿੱਚ 6 ਦਿਨ 7 ਦਿਨ ਪਾਣੀ ਖੜਦਾ ਸੀਗਾ ਤਾਂ ਅਮਨ ਅਰੋੜਾ ਜੀ ਜਵਾਬ ਦਿਓ ਕਿ ਕੌਣ ਕਸੂਰਵਾਰ ਸੀ? ਤੁਹਾਡੀ ਸਰਕਾਰ ਸੀ ਜਾਂ ਨਹੀਂ ਸੀ? ਤੁਸੀਂ ਉਹਦੇ ਪਿੱਛੇ ਧਰਨਾ ਵੀ ਲਾਣਾ ਜ਼ਰੂਰੀ ਨਹੀਂ ਸਮਝਿਆ? ਮੈਂ ਤਾਂ ਅੱਜ ਵੀ ਕਹਿੰਨੀ ਆ, ਅੱਜ ਟਿਕਟ ਮਿਲੇ ਨਾ ਮਿਲੇ ਦਾਮਨ ਬਾਜਵਾ ਕੂੜੇ ਦੇ ਡੰਪ ਇਸੇ ਤਰੀਕੇ ਚੱਕੇਗੀ। ਤੁਸੀਂ ਤਾਂ ਸਰਕਾਰ ਨਾ ਹੋਣ ਦਾ ਹਵਾਲਾ ਦਿੰਦੇ ਸੀਗੇ। ਮੈਨੂੰ ਤਾਂ ਟਿਕਟ ਵੀ ਨਹੀਂ ਮਿਲੀ, ਮੈਂ ਤਾਂ ਬਿਨਾਂ ਟਿਕਟ ਤੋਂ ਸਰਕਾਰ ਤੋਂ ਅਹੁਦੇ ਤੋਂ ਸਾਰੇ ਡੰਪ ਸ਼ਹਿਰ ਦੇ ਇਸੇ ਤਰੀਕੇ ਚਕਾਉਂਦੀ ਰਹੂੰਗੀ। ਤੇ ਤੁਸੀਂ ਦੱਸੋ ਕਿ ਤੁਹਾਡੀ ਮੋਰਲ ਡਿਊਟੀ ਕੀ ਬਣਦੀ ਹੈ? ਤੁਸੀਂ ਸਿਰਫ ਵੋਟਾਂ ਵੇਲੇ ਐਕਟਿਵ ਹੋ ਕੇ ਲੋਕਾਂ ਤੋਂ ਵੋਟਾਂ ਮੰਗਣਾ ਹੀ ਲੀਡਰਾਂ ਦਾ ਕੰਮ ਨਹੀਂ ਹੁੰਦਾ। ਲੀਡਰਾਂ ਦਾ ਕੰਮ ਹੁੰਦਾ 24 ਘੰਟੇ ਹਲਕੇ ਵਿੱਚ ਹਾਜ਼ਰ ਰਹਿਣਾ, ਲੋਕਾਂ ਦੇ ਦੁੱਖ ਸੁੱਖ 'ਚ ਖੜਨਾ, ਸ਼ਰੀਕ ਹੋਣਾ। ਸਰਕਾਰ ਜਿਹੜੇ ਡੰਪ ਚੱਕੇ ਨਾ, ਸਰਕਾਰ ਦਾ ਇੱਕ ਨਵਾਂ ਪੈਸਾ ਉਸ 'ਤੇ ਖਰਚਾ ਨਹੀਂ ਆਇਆ। ਉਹ ਸਾਰਾ ਕੁਝ ਮੇਰੇ ਸਾਥੀਆਂ ਨੇ, ਅਸੀਂ ਆਪ ਸਭ ਕੁਝ ਆਪ ਕੀਤਾ। ਅੱਛਾ, ਆਖਰੀ ਸਵਾਲ ਜਾਂਦੇ ਜਾਂਦੇ ਇਹ ਦੱਸ ਜੋ ਕਿ ਜੇ ਪਾਰਟੀ ਆਪਣਾ ਰੀਥਿੰਕ ਕਰਕੇ ਤੁਹਾਨੂੰ ਟਿਕਟ ਨਹੀਂ ਦਿੰਦੀ ਤਾਂ ਕੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੁਨਾਮ ਦੇ ਵਿੱਚ ਚੋਣ ਲੜੋਗੇ ਜਾਂ ਨਹੀਂ? ਮੇਰੇ ਜਿੰਨੇ ਸਾਥੀ ਨੇ, ਮੇਰੇ ਜਿੰਨਾ ਪਰਿਵਾਰਕ ਮੈਂਬਰ ਨੇ ਸੁਨਾਮ ਦੇ, ਜਿੰਨੇ ਮੇਰਾ ਪਰਿਵਾਰ ਹੈ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ, ਉਹ ਚਾਹੁੰਦੇ ਆ ਕਿ ਮੈਂ ਆਜ਼ਾਦ ਚੋਣ ਲੜਾਂ ਤਾਂ ਕਿ 1 ਤਰੀਕ ਨੂੰ ਫਾਰਮ ਭਰਨ ਜਾ ਰਹੇ ਹੋ? ਬਿਲਕੁਲ, ਮੈਂ ਮੰਗਲਵਾਰ ਨੂੰ ਆਪਣੇ ਕਾਗਜ਼ ਭਰਨ ਜਾ ਰਹੀ। ਸੋ ਇਹ ਸੁਨਾਮ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰਹਿ ਚੁੱਕੇ ਪਰ ਪਾਰਟੀ ਨੇ ਟਿਕਟ ਨਹੀਂ ਦਿੱਤੀ। ਉਸ ਤੇ ਇਹਨਾਂ ਦਾ ਸਾਫ਼-ਸਾਫ਼ ਇਹ ਕਹਿਣਾ, ਪਾਰਟੀ ਨੂੰ ਪੁੱਛ ਰਹੇ ਨੇ ਕਿ ਇੱਕ ਪਾਸੇ ਤਾਂ ਪ੍ਰਿੰਕਾ ਗਾਂਧੀ ਇਹ ਨਾਰਾ ਦਿੰਦੇ ਨੇ ਕਿ ਮੈਂ ਲੜਕੀ ਹੂੰ, ਲੜ ਸਕਤੀ ਹੂੰ, ਤੇ ਜਿਹੜੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਹੱਕ ਪਾਰਟੀ ਕਿਉਂ ਖੋ ਰਹੀ ਹੈ? ਤੇ ਨਾਲ ਦੀ ਨਾਲ ਇਹਨਾਂ ਦਾ ਸਾਫ਼-ਸਾਫ਼ ਇਹ ਵੀ ਕਹਿਣਾ ਹੈ ਕਿ ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਪਾਰਟੀ ਦੇ ਲਈ ਕੰਮ ਕਰਾਂਗੇ, ਪਾਰਟੀ ਦੀ ਚੋਣ ਲੜਾਂਗੇ। ਜੇ ਪਾਰਟੀ ਟਿਕਟ ਨਹੀਂ ਵੀ ਦਿੰਦੀ ਤਾਂ ਵੀ 1 ਤਰੀਕ ਨੂੰ ਕਾਗਜ਼ ਭਰ ਕੇ ਸੁਨਾਮ ਦੇ ਹਲਕੇ ਦੇ ਵਿੱਚ ਚੋਣ ਲੜੂੰਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਦਲਜੀਤ ਨੇ। ਮੈਂ ਸ਼ਸ਼ਮ ਨਾਗਰਾ, ਧੰਨਵਾਦ।